Good morning, dear students. You are most welcome into the SST online class. Today we are going to discuss the daily dose for classes 6th to 10th. तो बहुत ही ਪਿਆਰੇ ਵਿਦਿਆਰਥੀਓ, ਅੱਜ ਅਸੀਂ ਸਮਾਜਿਕ ਸਿੱਖਿਆ ਡੇਲੀ ਡੋਜ਼ ਦੇ ਵਿੱਚ ਕੀ ਪੜ੍ਹਨਾ ਹੈ ਉਸ ਬਾਰੇ ਗੱਲ ਕਰਾਂਗਾ। ਸਭ ਤੋਂ ਪਹਿਲਾਂ 6ਵੀਂ ਕਲਾਸ ਪਹਿਲਾ ਲੈਸਨ ਪ੍ਰਿਥਵੀ ਸੂਰਜ ਪਰਿਵਾਰ ਦਾ ਅੰਗ। ਇਸ ਲੈਸਨ ਦੇ ਵਿੱਚ ਅੱਜ ਸੂਰਜ ਪਰਿਵਾਰ ਦੇ 8 ਗ੍ਰਹਿਆਂ ਬਾਰੇ ਜਾਣਾਂਗੇ ਤੇ ਇਹਨਾਂ 8 ਗ੍ਰਹਿਆਂ ਦੇ ਨਾਮ ਯਾਦ ਰੱਖਣ ਦਾ ਇੱਕ ਸ਼ਾਰਟਕਟ ਮੈਥਡ ਵੀ ਹੈ, ਉਹ ਵੀ ਮੈਂ ਤੁਹਾਨੂੰ ਦੱਸਾਂਗਾ। ਉਹ ਮੈਥਡ ਕੀ ਹੈ? ਇੱਕ ਸੈਂਟੈਂਸ ਹੈ ਇੰਗਲਿਸ਼ ਦਾ, ਮਾਈ ਵੈਰੀ ਐਫੀਸ਼ੀਐਂਟ ਮਦਰ ਜਸਟ ਸਰਵਡ ਅਸ ਨਟਸ। ਇਸ ਲਾਈਨ ਨੂੰ ਯਾਦ ਕਰ ਲੈਣਾ ਹੈ। ਇਸ ਦੇ ਦੋ ਫਾਇਦੇ ਹੋਣਗੇ। ਇੱਕ ਤਾਂ ਤੁਸੀਂ ਇਹਨਾਂ ਗ੍ਰਹਿਆਂ ਦੇ ਨਾਮ ਯਾਦ ਕਰ ਲਓਗੇ ਤੇ ਦੂਸਰਾ ਇਹਨਾਂ ਨੂੰ ਤੁਸੀਂ ਤਰਤੀਬਵਾਰ ਯਾਦ ਕਰੋਗੇ। ਜਿਸ ਤਰ੍ਹਾਂ ਮਾਈ, ਮਰਕਰੀ, ਵੈਰੀ, ਵੀਨਸ, ਐਫੀਸ਼ੀਐਂਟ, ਅਰਥ, ਮਦਰ, ਮਾਰਸ, ਜਸਟ, ਜੁਪੀਟਰ, ਸਰਵਡ, ਸੈਟਰਨ, ਅਸ, ਯੂਰੇਨਸ, ਐਨ, ਨਟਸ, ਨੈਪਚੂਨ। ਸੋ ਇਹ ਸੂਰਜ ਤੋਂ ਦੂਰੀ ਦੇ ਹਿਸਾਬ ਨਾਲ ਲੜੀਵਾਰ ਦੱਸੇ ਗਏ ਨੇ। ਤੀਸਰੇ ਨੰਬਰ ਤੇ ਅਰਥ ਯਾਨੀ ਕਿ ਸਾਡੀ ਧਰਤੀ ਹੈ। ਉਸ ਤੋਂ ਬਾਅਦ ਸਾਡੇ ਧਰਤੀ ਦਾ ਜਿਹੜਾ ਨੈਕਸਟ ਗ੍ਰਹਿ ਨੀਅਰੈਸਟ ਹੈ ਉਹ ਮਾਰਸ, ਜਿਸ ਨੂੰ ਮੰਗਲ ਗ੍ਰਹਿ ਵੀ ਕਹਿੰਦੇ ਨੇ। ਤੋ ਇਹਨਾਂ ਸਾਰਿਆਂ ਗ੍ਰਹਿਆਂ ਦਾ ਜਨਮਦਾਤਾ ਕੌਣ ਹੈ? ਸੂਰਜ। ਤੇ ਨੈਕਸਟ ਇੱਕ ਗੱਲ ਹੋਰ ਯਾਦ ਕਰਨ ਵਾਲੀ ਹੈ ਕਿ ਇਹਨਾਂ ਗ੍ਰਹਿਆਂ ਦੇ ਨਾਮ ਪਏ ਕਿਸ ਤਰ੍ਹਾਂ ਨੇ। ਠੀਕ ਹੈ, ਤੋ ਇਹਨਾਂ ਗ੍ਰਹਿਆਂ ਦੇ ਨਾਮ ਗ੍ਰੀਸ ਦੇ ਦੇਵੀ ਦੇਵਤਿਆਂ ਦੇ, ਯੂਨਾਨ ਦੇ ਦੇਵੀ ਦੇਵਤਿਆਂ ਦੇ ਨਾਮ ਤੇ ਪਏ ਨੇ। ਇਹਨਾਂ ਗ੍ਰਹਿਆਂ ਦੇ ਜਿਹੜੇ ਆਕਾਰ ਨੇ ਉਹ ਭਿੰਨ ਭਿੰਨ ਹੈਗੇ ਨੇ, ਕੋਈ ਵੱਡਾ ਹੈ, ਕੋਈ ਛੋਟਾ ਹੈ। ਠੀਕ ਹੈ, ਇਸ ਤੋਂ ਬਾਅਦ ਨੈਕਸਟ ਇਹਨਾਂ ਸਾਰੇ ਗ੍ਰਹਿਆਂ ਦੀ ਆਪਣੀ ਕੋਈ ਰੋਸ਼ਨੀ ਜਾਂ ਗਰਮੀ ਨਹੀਂ ਹੁੰਦੀ। ਇਹ ਰੋਸ਼ਨੀ ਅਤੇ ਗਰਮੀ ਪ੍ਰਾਪਤ ਕਰਦੇ ਨੇ ਸੂਰਜ ਤੋਂ। ਸੂਰਜ ਸਭ ਤੋਂ ਵੱਡਾ ਅਤੇ ਅਤਿਅੰਤ ਗਰਮ ਹੈ, ਲੇਕਿਨ ਅਸੀਂ ਧਰਤੀ ਇਸ ਤੋਂ ਦੂਰ ਹੈ ਨਾ, ਦੂਰੀ ਦੇ ਕਾਰਨ ਅਸੀਂ ਇਸ ਦੀ ਗਰਮੀ ਨੂੰ ਇੰਨਾ ਕੁ ਮਹਿਸੂਸ ਕਰਦੇ ਹਾਂ ਜਿੰਨਾ ਅਸੀਂ ਬਰਦਾਸ਼ਤ ਕਰ ਸਕਦੇ ਹਾਂ। ਧਰਤੀ ਤੋਂ ਸੂਰਜ ਦੀ ਦੂਰੀ ਕਿੰਨੀ ਹੈ? 15 ਕਰੋੜ ਕਿਲੋਮੀਟਰ। ਓਕੇ, ਇਸ ਦਾ ਅਭਿਆਸ ਬੜਾ ਹੀ ਸਰਲ ਹੈ। ਤੁਸੀਂ ਅੱਜ ਦੀ ਇਸ ਸਲਾਈਡ ਦੇ ਵਿੱਚੋਂ ਦੇਖ ਕੇ ਤੇ ਉਸ ਨੂੰ ਕਾਪੀਆਂ ਤੇ ਸੋਲਵ ਕਰ ਲੈਣਾ ਹੈ। 7th ਕਲਾਸ ਤੁਸੀਂ ਅੱਜ ਨਵਾਂ ਚੈਪਟਰ ਸ਼ੁਰੂ ਕਰ ਰਹੇ ਹੋ, ਪਾਠ ਨੰਬਰ 11। ਜਿਹੜੇ ਬੱਚਿਆਂ ਦੇ ਕੋਲ ਕਿਤਾਬਾਂ ਹੈਗੀਆਂ ਜਾਂ ਜਿਹੜੇ ਬੱਚਿਆਂ ਨੇ ਵੱਡੀਆਂ ਪਿਛਲੀ ਕਲਾਸ ਦੇ ਬੱਚਿਆਂ ਕੋਲੋਂ ਲੈ ਲਈਆਂ ਨੇ, ਉਹ ਬੁੱਕਸ ਦੇ ਵਿੱਚ ਇਸ ਲੈਸਨ ਨੂੰ ਜ਼ਰੂਰ ਦੇਖ ਲੈਣਾ। ਠੀਕ ਹੈ, ਕਿਉਂਕਿ ਬੁੱਕਸ ਦੇ ਵਿੱਚ ਤਸਵੀਰਾਂ ਵੀ ਹੁੰਦੀਆਂ ਨੇ ਤੇ ਚੈਪਟਰ ਵੀ ਡਿਟੇਲ ਵਿੱਚ ਹੁੰਦਾ ਹੈ, ਜਿਸ ਨੂੰ ਤੁਸੀਂ ਆਰਾਮ ਨਾਲ ਪੜ੍ਹ ਸਕਦੇ ਹੋ, ਸਮਝ ਸਕਦੇ ਹੋ। ਤੇ ਜਿਹੜੀਆਂ ਗੱਲਾਂ ਹੁਣ ਮੈਂ ਦੱਸਾਂਗਾ ਉਹਨਾਂ ਨੂੰ ਸੁਣਨ ਤੋਂ ਬਾਅਦ ਇਸ ਚੈਪਟਰ ਨੂੰ ਸਮਝਣਾ ਬੜਾ ਆਸਾਨ ਹੋ ਜਾਏਗਾ। ਪਾਠ ਨੰਬਰ 11, ਨਵੇਂ ਰਾਜ ਅਤੇ ਰਾਜੇ। ਸਟੂਡੈਂਟਸ, ਤੁਹਾਡੀ ਕਲਾਸ ਦੇ ਵਿੱਚ SST ਵਿੱਚ ਮੱਧਕਾਲੀਨ ਭਾਰਤ ਦਾ ਇਤਿਹਾਸ ਚੱਲ ਰਿਹਾ ਹੈ। ਉਸ ਦੇ ਵਿੱਚ ਅਸੀਂ ਨਵੇਂ ਰਾਜ ਅਤੇ ਰਾਜੇ ਦਾ ਅਰਥ ਕੀ ਹੈ ਕਿ ਰਾਜਪੂਤਾਂ ਦੇ ਸਮੇਂ ਤੋਂ ਗੱਲ ਕਰਾਂਗੇ। ਪ੍ਰਾਚੀਨ ਭਾਰਤ ਦਾ ਇਤਿਹਾਸ ਖਤਮ ਹੋ ਗਿਆ, ਜਿਹੜਾ ਤੁਸੀਂ 6ਵੀਂ ਵਿੱਚ ਪੜ੍ਹਿਆ ਸੀ। ਉਸ ਤੋਂ ਬਾਅਦ ਰਾਜਪੂਤਾਂ ਦਾ ਕਾਲ ਸ਼ੁਰੂ ਹੁੰਦਾ ਹੈ ਤੇ ਇਸ ਵਿੱਚ ਕੀ ਹੈ ਕਿ ਮੁੱਢਲੇ ਮੱਧਕਾਲੀਨ ਯੁੱਗ ਦੇ ਵਿੱਚ ਭਾਰਤ ਦੀ ਉੱਤਰ ਵਿੱਚ ਅਤੇ ਦੱਖਣ ਭਾਗਾਂ ਵਿੱਚ ਬਹੁਤ ਸਾਰੇ ਨਵੇਂ ਰਾਜਾਂ ਦਾ ਉਤਥਾਨ ਹੋਇਆ। ਠੀਕ ਹੈ, ਅਸੀਂ ਮੰਨ ਲੈਂਦੇ ਹਾਂ 2 ਭਾਗਾਂ ਵਿੱਚ ਵੰਡ ਲੈਂਦੇ ਹਾਂ ਆਪਣੇ ਦੇਸ਼ ਨੂੰ। ਤੇ ਉੱਤਰੀ ਸਿਰਾ ਜਿਹੜਾ ਹੈ, ਇੱਥੇ ਕਿਹੜੇ ਕਿਹੜੇ ਰਾਜ ਆਏ? ਪ੍ਰਤਿਹਾਰ ਵੰਸ਼, ਪਾਲ ਵੰਸ਼, ਰਾਜਪੂਤ, ਗਜਨਵੀ ਅਤੇ ਗੌਰੀ। ਇਹ ਜਿਹੜੇ ਪਹਿਲੇ 3 ਨੇ ਇਹ ਤਾਂ ਇੱਥੋਂ ਦੇ ਹੀ ਸੀਗੇ। ਗਜਨਵੀ ਅਤੇ ਗੌਰੀ ਜਿਹੜੇ ਨੇ ਇਹ ਵਿਦੇਸ਼ੀ ਹਮਲਾਵਰ ਸੀਗੇ, ਇਹਨਾਂ ਵੀ ਇੱਥੇ ਆ ਕੇ ਰਾਜ ਕਾਇਮ ਕੀਤੇ ਸੀ। ਦੱਖਣ ਭਾਰਤ ਵਿੱਚ ਪ੍ਰਮੁੱਖ ਰਾਜ ਜਿਹੜੇ ਨਵੇਂ ਸਥਾਪਿਤ ਹੋਏ ਉਹ ਸੀਗੇ ਪੱਲਵ, ਪਾਂਡੇ ਅਤੇ ਚੋਲ। ਠੀਕ ਹੈ, ਪੱਲਵ, ਪਾਂਡੇ ਅਤੇ ਚੋਲ। ਤੇ ਅੱਜ ਅਸੀਂ ਜਿਹੜੀ ਗੱਲ ਕਰਨੀ ਹੈ ਉਹ ਸਿਰਫ ਗੁਰਜਰ ਪ੍ਰਤਿਹਾਰ ਵੰਸ਼ ਦੀ ਗੱਲ ਕਰਨੀ ਹੈ। ਤਾਂ ਗੁਰਜਰ ਪ੍ਰਤਿਹਾਰ ਵੰਸ਼ ਜਿਹੜਾ ਸੀ
ਇਹ ਰਾਜਸਥਾਨ ਅਤੇ ਗੁਜਰਾਤ ਦੇ ਹਿੱਸਿਆਂ ਦੇ ਉੱਪਰ ਰਾਜ ਕਰਦੇ ਹੁੰਦੇ ਸੀ। ਨਾਗਾ ਭੱਟ ਪਹਿਲੇ ਨੇ 725 ਈਸਵੀ ਦੇ ਵਿੱਚ ਪ੍ਰਤਿਹਾਰ ਵੰਸ਼ ਦੀ ਸਥਾਪਨਾ ਕੀਤੀ ਸੀ ਤੇ ਇਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰਸਿੱਧ ਰਾਜਾ ਸੀਗਾ ਮਿਹਿਰ ਭੋਜ। ਮਿਹਿਰ ਭੋਜ ਦਾ ਪੁੱਤਰ ਜਿਹੜਾ ਸੀ ਉਸਦਾ ਨਾਮ ਸੀ ਮਹਿੰਦਰਪਾਲ, ਜਿਹੜਾ ਉਸਦਾ ਉੱਤਰਾਧਿਕਾਰੀ ਬਣਿਆ। ਉੱਤਰਾਧਿਕਾਰੀ ਕੌਣ ਹੁੰਦਾ? ਇੱਕ ਰਾਜੇ ਤੋਂ ਬਾਅਦ ਜਿਹੜਾ ਅਗਲਾ ਸ਼ਾਸਕ, ਉਸਦਾ ਪੁੱਤਰ ਜਾਂ ਕੋਈ ਹੋਰ ਵਿਅਕਤੀ ਜਿਹੜਾ ਵੀ ਰਾਜਗੱਦੀ ਤੇ ਬੈਠਦਾ ਹੈ ਉਸਨੂੰ ਉਸਦਾ ਉੱਤਰਾਧਿਕਾਰੀ ਕਹਿੰਦੇ ਆ। ਪ੍ਰਤਿਹਾਰ ਵੰਸ਼ ਨੇ ਦੇ ਸ਼ਾਸਕ ਜਿਹੜਾ ਸੀ ਰਾਜਪਾਲ, ਉਸ ਦੇ ਟਾਈਮ ਤੇ ਨਾ ਮਹਿਮੂਦ ਗਜ਼ਨਵੀ ਨੇ ਭਾਰਤ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ ਤੇ 1018-19 ਦੇ ਲਾਗੇ ਆ ਕੇ ਮਹਿਮੂਦ ਗਜ਼ਨਵੀ ਨੇ ਉਸ ਨੂੰ ਰਾਜਪਾਲ ਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਮਜਬੂਰ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਗੁਰਜਰ ਪ੍ਰਤਿਹਾਰ ਵੰਸ਼ ਦਾ ਅੰਤ ਹੋ ਗਿਆ ਸੀ। ਸੋ ਅੱਜ ਦੇ ਜਿਹੜੇ ਕੁਐਸਚਨ ਨੇ, ਇੱਕ ਤਾਂ ਤੁਸੀਂ ਪਹਿਲਾਂ ਦੱਸਣਾ ਹੈ ਕਿ ਭਾਰਤ ਦੇ ਉੱਤਰ ਵਿੱਚ ਕਿਹੜੇ-ਕਿਹੜੇ ਨਵੇਂ ਰਾਜ ਕਾਇਮ ਹੋਏ। ਦੂਸਰਾ ਤੁਸੀਂ ਦੱਸਣਾ ਹੈ ਕਿ ਦੱਖਣ ਭਾਗ ਵਿੱਚ ਕਿਹੜੇ-ਕਿਹੜੇ ਰਾਜ ਕਾਇਮ ਹੋਏ। ਠੀਕ ਹੈ। ਫਿਰ ਜਿਹੜਾ ਗੁਰਜਰ ਪ੍ਰਤਿਹਾਰ ਵੰਸ਼ ਹੈ ਇਹ ਕਿੱਥੇ ਰਾਜ ਕਰਦਾ ਸੀ? ਮਿਹਿਰ ਭੋਜ ਦਾ ਸੰਬੰਧ ਕਿਹੜੇ ਵੰਸ਼ ਨਾਲ ਸੀ? ਮਿਹਿਰ ਭੋਜ ਦਾ ਪੁੱਤਰ ਕੌਣ ਸੀ? ਤੇ ਰਾਜਪਾਲ ਜਿਹੜਾ ਸੀ ਅਖੀਰਲਾ ਸ਼ਾਸਕ, ਉਸਨੂੰ ਕਿਸ ਨੇ ਹਰਾਇਆ ਤੇ ਉਹ ਕਿਸ ਦੇ ਹੱਥੋਂ ਮਾਰਿਆ ਗਿਆ? ਇਹ ਕੁਝ ਅਭਿਆਸ ਦੇ ਪ੍ਰਸ਼ਨ ਨੇ ਜਿਹੜੇ ਤੁਸੀਂ ਮੇਰੀ ਆਡੀਓ ਸੁਣਨ ਤੋਂ ਬਾਅਦ ਬੜੀ ਆਸਾਨੀ ਨਾਲ ਆਨਸਰ ਦੱਸ ਸਕਦੇ ਹੋ। 8th ਕਲਾਸ ਬੇਟਾ ਪਾਠ ਨੰਬਰ 1 ਚੱਲ ਰਿਹਾ ਹੈ। we are going to continue it today। ਸਾਧਨ, ਕਿਸਮਾਂ ਤੇ ਸਾਂਭ ਸੰਭਾਲ। ਤੇ ਅੱਜ ਗੱਲ ਕਰਨੀ ਹੈ ਉਹਨਾਂ ਸਾਧਨਾਂ ਦੀ ਜਿਹੜੇ ਹੁਣ ਤੱਕ ਅਸੀਂ ਡਿਸਕਸ ਕੀਤੇ ਸੀ ਪਿਛਲੇ 3-4 ਦਿਨਾਂ ਦੌਰਾਨ, ਕਿ ਉਹਨਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ। ਕਿਉਂਕਿ ਸਾਧਨ ਦੋ ਤਰ੍ਹਾਂ ਦੇ ਸੀਗੇ, ਕੋਈ ਮੁੱਕਣਯੋਗ ਨੇ ਤੇ ਕੋਈ ਅਮੁੱਕਣਯੋਗ ਨੇ, ਤੇ ਖਾਸ ਤੌਰ ਤੇ ਜਿਹੜੇ ਮੁੱਕਣਯੋਗ ਸਾਧਨ ਨੇ ਉਹਨਾਂ ਬਾਰੇ ਗੱਲ ਕਰਨੀ ਹੈ। ਜਿੰਨੇ ਵੀ ਸਾਧਨ ਸਾਨੂੰ ਕੁਦਰਤ ਵੱਲੋਂ ਪ੍ਰਾਪਤ ਹੋਏ ਨੇ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਦਾ ਉਪਯੋਗ ਇਸ ਤਰੀਕੇ ਨਾਲ ਕਰੀਏ ਕਿ ਉਸ ਦਾ ਲੰਬੇ ਸਮੇਂ ਤੱਕ ਉਪਯੋਗ ਕੀਤਾ ਜਾ ਸਕੇ। ਲੋੜ ਅਨੁਸਾਰ ਉਚਿਤ ਉਪਯੋਗ ਸਾਨੂੰ ਕਰਨਾ ਚਾਹੀਦਾ ਅਤੇ ਇਸ ਨਾਲ ਇਸ ਦੀ ਸਹੀ ਸਾਂਭ ਸੰਭਾਲ ਹੁੰਦੀ ਰਹੇਗੀ। ਤੇ ਸਹੀ ਸਾਂਭ ਸੰਭਾਲ ਦਾ ਫਾਇਦਾ ਇਹ ਹੋਏਗਾ ਕਿ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਵਾਸਤੇ ਅਸੀਂ ਆਪਣੀ ਕੁਛ ਨਾ ਕੁਛ ਦੇਣ ਦੇ ਕੇ ਜਾਵਾਂਗੇ। ਠੀਕ ਹੈ। ਸੋ ਸਟੂਡੈਂਟਸ, next is class number 9th। ਭਾਰਤ ਆਕਾਰ ਅਤੇ ਸਥਿਤੀ ਪਾਠ ਨੰਬਰ ਪਹਿਲਾ ਭੂਗੋਲ ਜਿਹੜਾ ਤੁਸੀਂ ਪੜ੍ਹ ਚੁੱਕੇ ਹੋ, ਜਿਹੜੀਆਂ ਤੁਹਾਡੀਆਂ ਬੁੱਕਸ ਵੀ ਤੁਹਾਡੇ ਕੋਲ ਹੈਗੀਆਂ, ਕੁਝ ਉਹਦੇ ਨਾਲ ਰਿਲੇਟਡ ਐਕਸਰਸਾਈਜ਼ MCQ ਮੈਚ ਦੀ ਕਾਲਮ ਤੇ ਟਰੂ ਫਾਲਸ ਅੱਜ ਪ੍ਰੈਕਟਿਸ ਕਰੋ। ਸਭ ਤੋਂ ਪਹਿਲਾਂ ਦੱਸੋ ਵੀ ਦਫਦਾਰ ਤੋਂ ਲੈ ਕੇ ਕੇਪ ਕੈਮੋਰਿਨ ਤੱਕ ਦੂਰੀ ਕਿੰਨੀ ਹੈ? ਸਾਡੇ ਭਾਰਤ ਦਾ ਨਕਸ਼ਾ ਤੁਸੀਂ ਦੇਖੋ 9th ਕਲਾਸ ਦਾ, ਉਸ ਦੇ ਉੱਪਰ ਨਾ ਇੱਕ ਭਾਰਤ ਦੇ ਨਕਸ਼ੇ ਦੇ ਵਿੱਚ ਲਾਈਨ ਖਿੱਚੀ ਹੋਈ ਹੈ ਬਿਲਕੁਲ ਸਿੱਧੀ ਸੈਂਟਰ ਵਿੱਚ, ਉੱਤਰ ਤੋਂ ਲੈ ਕੇ ਦੱਖਣ ਤੱਕ। ਉੱਤਰੀ ਸਿਰਾ ਹੈਗਾ ਦਫਦਾਰ ਤੇ ਦੱਖਣੀ ਸਿਰਾ ਹੈ ਕੇਪ ਕੈਮੋਰਿਨ ਯਾਨੀ ਕਿ ਕੰਨਿਆ ਕੁਮਾਰੀ। ਇੱਥੋਂ ਤੱਕ ਦੀ ਦੂਰੀ ਕਿੰਨੇ ਕਿਲੋਮੀਟਰ ਹੈ? 3214 ਕਿਲੋਮੀਟਰ। ਯੈਸ। ਫਿਰ ਤੁਸੀਂ ਦੱਸਣਾ ਹੈ ਕਿ ਭਾਰਤ ਦੇ ਵਿਚਕਾਰ ਕਿਹੜੀ ਰੇਖਾ ਲੰਘਦੀ ਹੈ? ਇਹ ਇੱਕ ਕਲਪਿਤ ਰੇਖਾ ਹੈ, ਵੈਸੇ ਧਰਤੀ ਦੇ ਉੱਤੇ ਬਣੀ ਹੋਈ ਨਹੀਂ ਹੈ, ਲੇਕਿਨ ਅਸੀਂ ਜਦੋਂ ਗਲੋਬ ਦੇਖਦੇ ਹਾਂ ਜਾਂ ਸੰਸਾਰ ਦਾ ਮਾਨਚਿੱਤਰ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਭਾਰਤ ਵਿੱਚੋਂ ਕਰਕ ਰੇਖਾ ਗੁਜ਼ਰਦੀ ਹੈ। ਯੈਸ ਰਾਈਟ। ਨੈਕਸਟ ਦੇਖੋ, ਵਿਸ਼ਵ ਦੀ ਕਿੰਨੇ ਪ੍ਰਤੀਸ਼ਤ ਆਬਾਦੀ ਭਾਰਤ ਵਿੱਚ ਰਹਿ ਰਹੀ ਹੈ? ਦੱਸਣਾ ਹੈ 17.5% ਭਾਰਤ ਵਿੱਚ ਰਹਿ ਰਹੀ ਹੈ। ਭਾਰਤ ਦਾ ਧੁਰ ਦੱਖਣੀ ਬਿੰਦੂ ਕਿਹੜਾ ਹੈ? ਇੰਦਰਾ ਬਿੰਦੂ। ਯੈਸ ਠੀਕ ਹੈ। ਮੈਚ ਦੀ ਕਾਲਮ ਕਰੋ। ਸਾਡੇ ਗਵਾਂਢੀ ਦੇਸ਼ ਕਿਹੜਾ ਹੈ? ਭੂਟਾਨ। ਸੌਰਾਸ਼ਟਰ ਕਿੱਥੇ ਹੈ? ਗੁਜਰਾਤ ਵਿੱਚ। ਲੱਦਾਖ ਕੀ ਹੈ? ਰਾਜ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਹੈ? ਯੈਸ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਸ਼੍ਰੀਲੰਕਾ ਭਾਰਤ ਦਾ ਨੇੜਲਾ ਟਾਪੂ ਦੇਸ਼ ਹੈ। ਟਰੂ ਫਾਲਸ, ਇੰਡੀਅਨ ਸਟੈਂਡਰਡ ਟਾਈਮ ਦਾ ਅਨੁਮਾਨ 82°30 ਤੱਕ ਤੋਂ ਲੱਗਦਾ ਹੈ। ਸਹੀ ਹੈ। ਭਾਰਤ ਵਿਸ਼ਵ ਦਾ 8ਵਾਂ ਵੱਡਾ ਦੇਸ਼ ਹੈ। ਨਹੀਂ ਬੇਟੇ 7ਵਾਂ ਹੈ, ਯਾਨੀ ਕਿ ਦਿਸ ਸਟੇਟਮੈਂਟ ਇਜ਼ ਰੋਂਗ, ਇਹ ਸਟੇਟਮੈਂਟ ਗਲਤ ਹੈ। ਤੇ ਭਾਰਤ ਵਿਸ਼ਵ ਦਾ 7ਵਾਂ ਸਭ ਤੋਂ ਵੱਡਾ ਦੇਸ਼ ਹੈ।
ਭਾਰਤ ਭੂ-ਮੱਧ ਰੇਖਾ ਦੇ ਉੱਤਰ ਵਿੱਚ ਸਥਿਤ ਹੈ। ਹਾਂ ਠੀਕ ਹੈ ਬੇਟਾ, ਜੇ ਗਲੋਬ ਨੂੰ ਦੇਖੋਗੇ ਬਿਲਕੁਲ ਸੈਂਟਰ ਵਿੱਚ ਪ੍ਰਿਥਵੀ ਦੇ ਭੂ-ਮੱਧ ਰੇਖਾ ਹੈ ਤੇ ਭਾਰਤ ਇਸ ਦੇ ਉੱਪਰ ਹੈ, ਤਾਂ ਉੱਤਰ ਵਿੱਚ ਹੈ। ਭਾਰਤੀ ਤਟਵਰਤੀ ਸੀਮਾ ਦੀ ਜਿਹੜੀ ਲੰਬਾਈ ਹੈ ਉਹ 7516.6 ਕਿਲੋਮੀਟਰ ਹੈ। ਬਿਲਕੁਲ ਠੀਕ। ਤਟਵਰਤੀ ਸੀਮਾ ਦਾ ਮਤਲਬ ਇਹ ਹੈ ਕਿ ਸਮੁੰਦਰੀ ਕਿਨਾਰੇ ਦੇ ਨਾਲ ਜਿਹੜੀ ਸੀਮਾ ਬਣਦੀ ਹੈ ਉਸ ਦੀ ਲੰਬਾਈ ਦੱਸਣੀ ਹੈ। ਭਾਰਤ ਦੇ 29 ਰਾਜ ਹਨ। ਇਹ ਗਲਤ ਹੈ ਬੇਟਾ, ਭਾਰਤ ਦੇ ਹੁਣ 28 ਰਾਜ ਰਹਿ ਗਏ ਹਨ। ਕਲਾਸ 10th ਪਾਠ ਨੰਬਰ 1, ਭਾਰਤ ਇੱਕ ਜਾਣ ਪਛਾਣ। ਦੱਸੋ ਵੀ ਭਾਰਤ ਦੇ ਗਵਾਂਢੀ ਦੇਸ਼ਾਂ ਦੀ ਗਿਣਤੀ ਕਿੰਨੀ ਹੈ? ਭਾਰਤ ਦੇ ਗਵਾਂਢੀ ਦੇਸ਼ ਕਿਹੜੇ ਕਿਹੜੇ ਨੇ? ਪਾਕਿਸਤਾਨ, ਅਫਗਾਨਿਸਤਾਨ, ਚੀਨ, नेपाल, भूटान, बांग्लादेश, म्यांमार। ठीक है, तो इस तरह टोटल 7 भारत के गवांढी देश हैं। भारत के त्रिकोणे आकार का सिरा किस दिशा विच है? दक्षिण वाल। हाँ, समुंदर वाल तुसीं देखोगे तो त्रिकोणा बिल्कुल त्रिकोण की शेप विच दिखाई देता है। भूटान की राजधानी दसो? थिम्पू। ओके, खाली थावां भरनी है। भारत विचों किहड़ी रेखा लंघदी है? कर्क रेखा। भारत किहड़े देशां दे ग्रुप का मोढी देश है? सार्क है ना, सार्क देश ने साउथ एशिया के 8 देशों का एक ग्रुप है, साउथ एशियन एसोसीएशन फॉर रीजनल कोऑपरेशन। उसका एक मोहरी देश भारत है, सार्क का। इतिहास के विच एक प्रश्न बनाया कि राजा दुष्यंत अते शकुंतला के पुत्र का नाम दसो? भरत। बिल्कुल ठीक आंसर है। इन्हां दा पुत्र भरत के नाम ते ही साडे देश का नाम भारत पिया सी। कालिदास ने संस्कृत का एक नाटक लिखिया अभिज्ञान शकुंतलम। उस विच राजा दुष्यंत अते शकुंतला की जिहड़ी स्टोरी है वो दसी गई है। दैट इज वेरी इंटरस्टिंग नाटक है, बहुत ही। रोमना ने भारत को इंडस का नाम दिता। ठीक है, बिल्कुल सही है। इंडस सिंध नदी का नाम इंग्लिश में उसनों इंडस कहते हैं, तो ये रोमना ने दिता सी। ये सही है। भारत के पुलाड़ तकनीक में खास तरक्की नहीं की। गलत गलत। पुलाड़ का मतलब स्पेस की टैक्नोलॉजी, स्पेस टैक्नोलॉजी की गल हो रही है। उस विच भारत ने काफ़ी तरक्की की है। भारत के एयरफोर्स के सीगे राकेश शर्मा जी, वो चंद्रमा तक पहुँच चुके हैं, स्पेस तक पहुँच चुके हैं। उस तो बाद कल्पना चावला का नाम भी तुसीं सुनिया, वो भी ओरिजिन भारत की ही सी। ते इस तो बाद इसरो जिहड़ा है ना दक्षिण भारत दे विच साडे स्पेस रिसर्च ऑर्गेनाइजेशन है, इंडियन स्पेस रिसर्च ऑर्गेनाइजेशन इसरो, इस विच बहुत काम कर रही है। तो बहुत सारे मिशन भेजती रहती है स्पेस विच। तो ये स्टेटमेंट गलत है। सही पछाणो। पश्चिम वाल, भारत के पश्चिम वाल अरब सागर, ते पूर्व वाल बंगाल की खाड़ी। ठीक है। सो माय डियर स्टूडेंट्स, थैंक यू वेरी मच कि तुसीं बड़े सबर नाल अज की डेली डोज नूं सुनिया, ते मैनूं आस है कि तुसीं अज दे सारे चैप्टर्स नूं अच्छी तरह समझ लोगे, पढ़ लोगे, ते लिखण दा काम भी नाल नाल करते रहोगे। ठीक है। कोई डाउट होए तो तुसीं व्हाट्सएप ते या कॉल करके मेरे नाल शेयर कर सकते हो। मैं आंसर देने की समझाने की पूरी कोशिश करूँगा। थैंक यू वेरी मच।